ਹੈਲੋ ਸਟੂਡੈਂਟਸ, ਵੈਲਕਮ ਟੂ ਸੁਖੇਜਾ ਟਿਊਸ਼ਨਸ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੀ ਹਾਂ ਜੀ ਸੁਖੇਜਾ ਟਿਊਸ਼ਨਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਐਨਟੀਟੀ ਦੀ ਤਿਆਰੀ ਕਰ ਰਹੇ ਹਾਂ ਬਹੁਤ ਹੀ ਜ਼ੋਰ ਸ਼ੋਰ ਨਾਲ। ਕਦੇ ਵੀ ਪੋਸਟਾਂ ਆ ਸਕਦੀਆਂ ਨੇ, ਤੁਸੀਂ ਆਪਣੀ ਤਿਆਰੀ ਜਾਰੀ ਰੱਖੋ। ਹਲੇ ਤੱਕ ਆਈਆਂ ਨਹੀਂ, ਕਾफ़ੀ ਬੱਚੇ ਕਮੈਂਟ ਕਰਦੇ ਆ ਮੈਡਮ ਕਦੋਂ ਆਉਣਗੀਆਂ ਪੋਸਟਾਂ। ਆ ਗਈਆਂ ਬੱਚੇ, ਹਲੇ ਪੋਸਟਾਂ ਆਈਆਂ ਨਹੀਂ, ਕਦੇ ਵੀ ਆ ਸਕਦੀਆਂ ਨੇ, ठीक है। लेकिन इस साल ਦੇ ਵਿੱਚ ਪੂਰੀ ਹੋਪ ਹੈ ਕਿ ਆਉਣਗੀਆਂ ਹੀ ਆਉਣਗੀਆਂ। ਕੀ ਪਤਾ ਇसी ਮਹੀਨੇ 'ਚ ਆ ਜਾਣ, ਕੀ ਪਤਾ ਅਗਲੇ ਮਹੀਨੇ 'ਚ ਆ ਜਾਣ, ਪਰ ਪੋਸਟਾਂ ਨੇ ਆਉਣਾ ਹੀ ਆਉਣਾ ਹੈ। ਤਾਂ ਆਪਣੀ ਤਿਆਰੀ ਨੂੰ ਤੁਸੀਂ ਜਾਰੀ ਰੱਖੋ, ਠੀਕ ਹੈ ਜੀ। ਕੱਲ ਆਪਾਂ ਨੇ ਕੀ ਕੀਤਾ ਸੀ? ਕੱਲ ਆਪਾਂ ਨੇ CAB ਦੀਆਂ ਸਿਫਾਰਸ਼ਾਂ, ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਬਾਰੇ ਆਪਾਂ ਪੜ੍ਹੇ ਸੀਗੇ ਕਿ ਕਦੋਂ ਉਹਦੀ ਸਥਾਪਨਾ ਹੋਈ, ਉਹਦੀ ਰਚਨਾ ਕੀ ਹੈ, ਉਹਦਾ ਰੋਲ ਤੇ ਉਹਦੇ ਫੰਕਸ਼ਨ ਕੀ ਹੈ, ਉਸ ਤੋਂ ਬਾਅਦ ਉਹਦੀ ਫੁੱਲ ਫਾਰਮ ਕੀ ਹੈ, ਠੀਕ ਹੈ, ਕਿਵੇਂ ਇਹ ਬਣਿਆ, ਫਿਰ ਇਹ ਕਿਸ ਚੀਜ਼ ਦਾ ਕੰਮ ਕਰਦਾ ਹੈ, ਕਿਉਂ ਬਣਾਈ ਗਈ ਸੀ CABE, ਇਹਦੇ ਕੰਮ ਕੀ ਨੇ, ਠੀਕ ਹੈ। ਇਹ ਸਾਰਾ ਆਪਾਂ ਨੇ ਕੱਲ ਪੜ੍ਹਿਆ ਸੀਗਾ। ਅੱਜ ਆਪਾਂ ਇੱਕ ਨਵੀਂ ਚੀਜ਼ ਤੇ ਮੈਂ ਨਾਲ ਆਈਆਂ ਤੁਹਾਡੇ ਲਈ। ਧਿਆਨ ਨਾਲ ਤੁਸੀਂ ਪੜ੍ਹਨਾ ਜੀ। 2-3 ਕੁਐਸਚਨਸ ਹੈ ਜੋ ਕਿ CAB ਦੇ ਰਿਲੇਟਿਡ ਪੁੱਛੇ ਜਾ ਸਕਦੇ ਹੈ, ਉਹ ਵੀ ਤੁਹਾਡੇ ਲਈ ਲੈ ਕੇ ਆਈਆਂ, ਠੀਕ ਹੈ। ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਆਪਾਂ ਕੁਐਸਚਨ ਸੀਰੀਜ਼ ਚਲਾਵਾਂਗੇ ਉਦੋਂ ਨੰਬਰ ਆਫ ਕੁਐਸਚਨ ਤੁਹਾਨੂੰ ਦਿੱਤੇ ਜਾਣਗੇ, ਠੀਕ ਹੈ। ਆਈ ਹੋਪ ਤੁਸੀਂ ਕੱਲ ਵਾਲਾ ਸਾਰਾ ਲੈਕਚਰ ਬਹੁਤ ਹੀ ਧਿਆਨ ਨਾਲ ਦੇਖ ਲਿਆ ਹੋਊਗਾ ਤੇ ਆਪਣਾ ਨੋਟ ਕਰ ਲਿਆ ਹੋਏਗਾ, ਠੀਕ ਹੈ ਜੀ। ਅੱਜ ਆਪਾਂ ਸ਼ੁਰੂ ਕਰਦੇ ਹਾਂ ਇੱਥੋਂ। ਭਾਰਤ ਸਰਕਾਰ ਨੇ ਸਿੱਖਿਆ ਖੇਤਰ ਨਾਲ ਜੁੜੇ ਪ੍ਰੋਜੈਕਟਾਂ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਭਾਰਤ ਅਤੇ ਵਿਦੇਸ਼ਾਂ ਤੋਂ ਦਾਨ ਦੀ ਸਹੂਲਤ ਦੇਣ ਲਈ ਭਾਰਤ ਸਿੱਖਿਆ ਕੋਸ਼ ਦਾ ਗਠਨ ਕੀਤਾ। ਇਸ ਦੀ ਸ਼ੁਰੂਆਤ 9 ਜਨਵਰੀ 2003 ਨੂੰ ਪ੍ਰਵਾਸੀ ਭਾਰਤ ਦਿਵਸ ਦੇ ਜਸ਼ਨ ਦੌਰਾਨ ਕੀਤੀ ਗਈ ਸੀ, ਠੀਕ ਹੈ। ਭਾਰਤ ਸਿੱਖਿਆ ਕੋਸ਼ ਦਾ ਗਠਨ ਕੀਤਾ, ਠੀਕ ਹੈ। ਪੁੱਛਿਆ ਜਾ ਸਕਦਾ ਹੈ ਕਿ ਇਹਦੀ ਸ਼ੁਰੂਆਤ ਕਦੋਂ ਹੋਈ ਹੈ, ਕਿਉਂਕਿ ਬੜਾ ਹੀ ਰੀਸੈਂਟ ਹੈ ਇਹ। 9 ਜਨਵਰੀ 2003 ਆ ਹੁਣੀ, ਮਤਲਬ ਇਸੀ ਸੈਂਚੁਰੀ ਦੀ ਗੱਲ ਚੱਲ ਰਹੀ ਹੈ, ਤਾਂ ਇਹਨੂੰ ਪੁੱਛਿਆ ਜਾ ਸਕਦਾ ਹੈ, ਠੀਕ ਹੈ। ਪ੍ਰਵਾਸੀ ਭਾਰਤੀ ਦਿਵਸ ਦੇ ਜਸ਼ਨ ਦੌਰਾਨ ਇਹ ਕੀਤੀ ਗਈ ਸੀ। ਭਾਰਤ ਸਰਕਾਰ ਨੇ ਸਿੱਖਿਆ ਖੇਤਰ ਨਾਲ ਜੁੜੇ ਪ੍ਰੋਜੈਕਟਾਂ, ਠੀਕ ਹੈ। ਭਾਰਤ ਸਰਕਾਰ ਨੇ ਕੀ ਕੀਤਾ ਸੀ? ਜਿਹੜੀ ਭਾਰਤ ਦੀ ਗਵਰਨਮੈਂਟ ਹੈ, ਜਿਹੜੇ ਕਿ ਸਿੱਖਿਆ ਖੇਤਰ ਦੇ ਨਾਲ ਜੁੜੇ ਪ੍ਰੋਜੈਕਟ ਤੇ ਪ੍ਰੋਗਰਾਮ ਨੇ, ਉਹਨਾਂ ਨੂੰ ਲਾਗੂ ਕਰਨ ਲਈ ਭਾਰਤ ਤੇ ਵਿਦੇਸ਼ਾਂ ਤੋਂ, ਠੀਕ ਹੈ, ਦਾਨ ਦੀ ਸਹੂਲਤ ਦੇਣ ਲਈ ਕੀ ਕੀਤਾ ਸੀ? ਭਾਰਤ ਸਿੱਖਿਆ ਕੋਸ਼ ਦਾ ਗਠਨ ਕੀਤਾ ਸੀ, ਠੀਕ ਹੈ। ਇਸ ਦੀ ਸ਼ੁਰੂਆਤ ਕਦੋਂ ਹੋਈ ਸੀ? 9 ਜਨਵਰੀ 2003 ਨੂੰ ਪ੍ਰਵਾਸੀ ਭਾਰਤੀ ਦਿਵਸ ਤੇ, ਠੀਕ ਹੈ ਜੀ। ਸਮਝ ਕੇ ਭਾਰਤ ਸਿੱਖਿਆ ਕੋਸ਼, ਆਪਾਂ ਨੇ ਕੋਈ ਵੀ ਵਿਦੇਸ਼ਾਂ ਤੋਂ ਜਾਂ ਭਾਰਤ ਤੋਂ ਦਾਨ ਲੈਣਾ ਹੈ, ਉਹਦੀ ਸਹੂਲਤ ਲਈ ਇੱਕ ਭਾਰਤ ਸਿੱਖਿਆ ਕੋਸ਼ ਦਾ ਗਠਨ ਕੀਤਾ ਗਿਆ। ਅੱਗੇ ਆ ਜਾਓ। ਹੁਣ ਇਹਨਾਂ ਨੇ ਕੀ ਕਿਹਾ ਹੈ? ਜਿਹੜਾ CAB ਦੀ ਗੱਲ ਹੋ ਰਹੀ ਹੈ, ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਦੇ ਹਵਾਲੇ ਨਾਲ ਹੇਠ ਦਿੱਤੇ ਬਿਆਨਾਂ ਵਿੱਚੋਂ ਕਿਹੜਾ ਸਹੀ ਹੈ, ਠੀਕ ਹੈ। ਇਹਨਾਂ ਨੇ ਪੁੱਛਿਆ CAB ਦੇ ਹਵਾਲੇ ਨਾਲ ਹੇਠ ਦਿੱਤੇ ਬਿਆਨਾਂ ਵਿੱਚੋਂ ਕਿਹੜਾ ਸਹੀ ਹੈ। ਇਹ ਸਿੱਖਿਆ ਦੇ ਖੇਤਰ ਬਾਰੇ ਸਿਰਫ ਕੇਂਦਰੀ ਸਰਕਾਰ ਨੂੰ ਹੀ ਸਲਾਹ ਦਿੰਦਾ ਹੈ। ਇਹਨਾਂ ਨੇ ਪਹਿਲਾਂ ਕਿਹਾ ਕਿ ਜਿਹੜਾ ਇਹ ਹੈ CAB ਹੈ, ਸਿੱਖਿਆ ਦੇ ਖੇਤਰ ਦੇ ਵਿੱਚ ਸਿਰਫ ਕੇਂਦਰੀ ਸਰਕਾਰ ਨੂੰ ਹੀ ਸਲਾਹ ਦਿੰਦਾ ਹੈ। ਇਹ ਵਿਚਕਾਰ ਕੀ ਸਿੱਖਿਆ ਦਾ ਇੱਕ ਕੇਂਦਰੀ ਸਲਾਹਕਾਰ ਬੋਰਡ ਹੋਣਾ ਚਾਹੀਦਾ ਹੈ? ਸਭ ਤੋਂ ਪਹਿਲਾਂ ਕਲਕੱਤਾ ਯੂਨੀਵਰਸਿਟੀ ਕਮਿਸ਼ਨ ਦੁਆਰਾ ਪੇਸ਼ ਕੀਤਾ ਗਿਆ ਸੀ, ਠੀਕ ਹੈ। ਇਹ ਵਿਚਾਰ ਕਿ ਸਿੱਖਿਆ ਦਾ ਇੱਕ ਕੇਂਦਰੀ ਸਲਾਹਕਾਰ ਬੋਰਡ ਹੋਣਾ ਚਾਹੀਦਾ ਹੈ, ਸਭ ਤੋਂ ਪਹਿਲਾਂ ਇਹ ਕਲਕੱਤਾ ਯੂਨੀਵਰਸਿਟੀ ਕਮਿਸ਼ਨ ਦੁਆਰਾ ਪੇਸ਼ ਕੀਤਾ ਗਿਆ ਸੀ। ਤੀਜਾ, ਬੋਰਡ ਦਾ ਚੇਅਰਮੈਨ ਕੇਂਦਰੀ ਮਨੁੱਖ ਸਰੋਤ ਵਿਕਾਸ ਮੰਤਰੀ ਹੁੰਦਾ ਹੈ, ਠੀਕ ਹੈ। ਦੱਸੋ ਜੀ ਇਹ ਤਿੰਨਾਂ ਚੋਂ ਕਿਹੜੇ ਸਹੀ ਹੈ? ਓਨਲੀ 1 and 3, ਓਨਲੀ 2 and 3, ਓਨਲੀ 1 and 2 ਜਾਂ ਨਨ ਆਫ ਦ ਅਬਵ। ਦੇਖੋ ਜੋ ਇਹਨਾਂ ਨੇ ਪਹਿਲਾਂ ਕਿਹਾ ਹੈ, ਇਹ ਸਿੱਖਿਆ ਦੇ ਖੇਤਰ ਬਾਰੇ ਸਿਰਫ ਕੇਂਦਰੀ ਸਰਕਾਰ ਨੂੰ ਹੀ ਸਲਾਹ ਦਿੰਦਾ ਹੈ। ਨਹੀਂ ਜੀ, ਇਹ ਦੋਨਾਂ ਨੂੰ ਹੀ ਸਲਾਹ ਦਿੰਦਾ ਹੈ, ਸੈਂਟਰਲ ਗਵਰਨਮੈਂਟ ਨੂੰ ਵੀ ਤੇ ਸਟੇਟ ਗਵਰਨਮੈਂਟ ਨੂੰ ਵੀ। ਤਾਂ ਇਹ ਕੀ ਹੋ ਗਿਆ ਜੀ? ਗਲਤ ਹੋ ਗਿਆ। ਇਹ ਵਿਚਾਰ ਕਿ ਸਿੱਖਿਆ ਦਾ ਇੱਕ ਕੇਂਦਰੀ ਸਲਾਹਕਾਰ ਬੋਰਡ ਹੋਣਾ ਚਾਹੀਦਾ ਹੈ, ਸਭ ਤੋਂ ਪਹਿਲਾਂ ਬਿਲਕੁਲ ਸਹੀ ਕਲਕੱਤਾ ਯੂਨੀਵਰਸਿਟੀ ਨੇ ਹੀ ਕਿਹਾ ਸੀਗਾ। ਉਹਨਾਂ ਤੇ ਬੋਝ ਪੈ ਰਿਹਾ ਸੀ, ਆਪਾਂ ਨੇ ਇਹ ਕੱਲ ਰੀਡ ਕੀਤਾ ਹੈ। ਬੋਰਡ ਦਾ ਚੇਅਰਮੈਨ ਕੇਂਦਰੀ ਮਨੁੱਖ ਸਰੋਤ ਵਿਕਾਸ ਮੰਤਰੀ ਹੁੰਦਾ ਹੈ, ਇਹ ਵੀ ਸਹੀ। ਤਾਂ ਆਨਸਰ ਕੀ ਆ ਜਾਊਗਾ? ਓਨਲੀ 2nd and 3rd। ਤਾਂ ਆਪਣਾ ਆਨਸਰ ਕੀ ਬਣਦਾ ਹੈ ਜੀ? ਓਨਲੀ 2nd and 3rd। क्लियर है स्टूडेंट्स? चलिए अगे।
नैक्सट क्वेश्चन देखो, गर्ल चाइल्ड, ठीक है, कुड़ियां दी एजुकेशन बारे केड़ी CAB कमेटी ने PG लैवल तक कुड़ियां लई मुफ्त सिक्ख्या दी सिफारिश की सी, ठीक है, पोस्ट ग्रेजुएशन लैवल तक। गर्ल चाइल्ड एजुकेशन बारे केड़ी CAB कमेटी ने PG लैवल तक कुड़ियां लई मुफ्त सिक्ख्या दी सिफारिश की सी, केड़ी कमेटी ने की सी जी? कदम श्री हरि कमेटी, ठीक है, ये तुसी याद कर लियो जी, कदम श्री हरि कमेटी। क्लियर है जी? हिमांता शर्मा कमेटी, नीरज यादव कमेटी, कदम श्री हरि कमेटी, प्रकाश जावेदकर कमेटी। तो केड़ी सी जी? कदम श्री हरि कमेटी। क्लीयर है? नैक्सट क्वेश्चन ते आओ, सिक्ख्या दे खेतर विच केंद्र अते राज सरकारां नूं सलाह देण लई हेठ लिखियां विचों केड़ा उच्चतम सलाहकार बोर्ड है? ठीक है, सिक्ख्या दे खेतर दे विच केंद्र अते राज सरकारां नूं सलाह देण लई ਜਿਹੜੇ कि हेठ लिखे बोर्ड है, इन्हां चों केड़ा सारियां तो उच्चतम सलाहकार बोर्ड है? सिक्ख्या दा केंद्री सलाहकार बोर्ड, NCERT, UGC या इन्हां विचों कोई भी नहीं। तां केड़ा होगा जी? सिक्ख्या दा केंद्री सलाहकार बोर्ड। ये किहदी गल हो रही है जी? CAB दी गल हो रही है। सिक्ख्या दा केंद्री सलाहकार बोर्ड, सिक्ख्या दा केंद्री सलाहकार बोर्ड। ठीक है जी, अगे आओ जी, सिक्ख्या दे 65वें केंद्री सलाहकार बोर्ड जिहड़ा कि हुण एट प्रेजेंट चल रहा है, वो किहड़ा चल रहा है? 65th केंद्री सलाहकार बोर्ड चल रहा है। उन्हां दी जिहड़ी प्रधानगी है मनुखी स्रोत विकास दे जिहड़े राज मंत्री, उन्हां दा की नाम है जी? श्री प्रकाश जावेडकर ने। ठीक है, कौन है जी? केड़ी ये चल रही है कैब दी? 65th। ठीक है, 65th ये बोर्ड चल रहा है, तो इन्हां दे मंत्री का की नाम है जी? श्री प्रकाश जावेडकर। क्लीयर है जी? इत्थे अपना जिहड़ा हैगा कैब एक बार मैंने कंप्लीट करवा दिता है। ठीक है, CAB अपना कंप्लीट हो चुका है जी। हुण आपां अगे चलते हैं, जो कि डिवेलपमेंट हुई सी इंडिया दे विच। इस तो बाद की होया सी? इस तो बाद होया सी जी सिक्ख्या दी सार्जेंट योजना। ठीक है, सिक्ख्या दी सार्जेंट योजना एक योजना है जी, सार्जेंट योजना, जो कि 1944 दे विच आई सी। इहदे बारे आपां हुण पढ़ांगे। सिक्ख्या 1944 दी सार्जेंट योजना भारत विच सिक्ख्या नूं अगे वधाउण लई ब्रिटिश द्वारा कीतियां गईयां कई कार्रवाइयां विचों एक सी। समझ गए? जिहड़ी सिक्ख्या दी 1944 दी सार्जेंट योजना सी, ਉਹਦੇ ਵਿੱਚ ਕੀ ਸੀ ਜੀ? ਭਾਰਤ ਵਿੱਚ ਸਿੱਖਿਆ ਨੂੰ ਅੱਗੇ ਵਧਾਉਣ ਲਈ, ਅੱਗੇ ਲੈ ਕੇ ਆਉਣ ਲਈ ਬ੍ਰਿਟਿਸ਼ਰ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਵਿੱਚੋਂ ਇੱਕ ਸੀ। ਇਹ ਕਿਹਦੇ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਵਿੱਚੋਂ ਇੱਕ ਸੀ ਜੀ? ਬ੍ਰਿਟਿਸ਼ਰਸ ਦੁਆਰਾ। ਠੀਕ ਹੈ, 1944 ਵਿੱਚ ਜੋਨ ਸਾਰਜੈਂਟ ਨੂੰ ਭਾਰਤੀ ਸਿੱਖਿਆ ਲਈ ਇੱਕ ਵਿਆਪਕ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਗਿਆ ਸੀ। ਠੀਕ ਹੈ, 22 ਵਿਅਕਤੀਆਂ ਦੀ 22 ਮੈਂਬਰੀ ਕਮੇਟੀ ਬਣੀ। ठीक है, 1944 ਵਿੱਚ ਜੋਨ ਸਾਰਜੈਂਟ, ਜੋ ਕਿ ਇਸ ਨੂੰ ਲੀਡ ਕਰ ਰਹੇ ਸੀ, ਭਾਰਤੀ ਸਿੱਖਿਆ ਲਈ ਇੱਕ ਵਿਆਪਕ ਯੋਜਨਾ ਬਣਾਉਣ ਲਈ ਉਹਨਾਂ ਨੂੰ ਕਿਹਾ ਗਿਆ ਸੀ, ਉਹਨਾਂ ਤੇ ਦੋਸ਼ ਲਗਾਇਆ ਗਿਆ ਸੀ। 22 ਵਿਅਕਤੀਆਂ ਦੀ 22 ਮੈਂਬਰੀ ਕਮੇਟੀ ਬਣੀ। ਠੀਕ ਹੈ, 22 ਵਿਅਕਤੀਆਂ ਦੀ 22 ਮੈਂਬਰ ਸੀ ਮਤਲਬ ਉਸ ਕਮੇਟੀ ਦੇ ਵਿੱਚ। 1944 ਵਿੱਚ ਉਹਨਾਂ ਨੇ ਕੇਂਦਰੀ ਸਲਾਹਕਾਰ ਬੋਰਡ ਆਫ ਐਜੂਕੇਸ਼ਨ ਨੂੰ ਆਪਣੀ ਰਿਪੋਰਟ ਪੇਸ਼ ਕੀਤੀ, ਜਿਸ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਇਸ ਨੂੰ ਅਮਲ ਵਿੱਚ ਲਿਆਉਣ ਦਾ ਫੈਸਲਾ ਕੀਤਾ। ਭਾਰਤ ਵਿੱਚ ਰਾਸ਼ਟਰੀ ਸਿੱਖਿਆ ਪ੍ਰਣਾਲੀ ਦੀ ਸਥਾਪਨਾ ਇਸ ਰਿਪੋਰਟ ਦੇ ਪ੍ਰਕਾਸ਼ਨ ਨਾਲ ਸ਼ੁਰੂ ਹੋਈ। UPSC ਪ੍ਰੀਖਿਆ ਦੀ ਤਿਆਰੀ ਕਰ ਰਹੇ ਬਿਨੇਕਾਰਾਂ ਲਈ ਇਸ ਲੇਖ ਵਿੱਚ ਸਿੱਖਿਆ ਦੀ ਸਾਰਜੈਂਟ ਯੋਜਨਾ ਬਾਰੇ ਸਾਰੀ ਜਾਣਕਾਰੀ ਸ਼ਾਮਲ ਹੈ। ਇਹ ਤੁਹਾਡੇ ਮਤਲਬ ਦੀ ਲਾਈਨ ਨਹੀਂ ਹੈਗੀ ਸਟੂਡੈਂਟਸ। ਠੀਕ ਹੈ ਜੀ, ਬਸ ਤੁਸੀਂ ਇੱਥੋਂ ਤੱਕ ਹੀ ਆਪਣਾ ਧਿਆਨ ਦੇ ਵਿੱਚ ਰੱਖਣਾ ਹੈ ਕਿ 1944 ਦੇ ਵਿੱਚ ਸਾਰਜੈਂਟ ਯੋਜਨਾ
ਭਾਰਤ ਵਿੱਚ ਸਿੱਖਿਆ ਨੂੰ ਅੱਗੇ ਵਧਾਉਣ ਲਈ ਬ੍ਰਿਟਿਸ਼ਰਸ ਦੁਆਰਾ ਕੀਤੀ ਗਈ ਕਾਰਵਾਈਆਂ ਵਿੱਚੋਂ ਇੱਕ ਸੀ। ਜੌਨ ਸਾਰਜੈਂਟ ਇਸ ਨੂੰ ਲੀਡ ਕਰ ਰਹੇ ਸੀਗੇ। 22 ਵਿਅਕਤੀਆਂ ਦੀ ਇਹ ਕਮੇਟੀ ਸੀਗੀ। ਠੀਕ ਹੈ, ਕਦੋਂ ਆਈ ਜੀ ਇਹ ਰਿਪੋਰਟ? 1944 ਦੇ ਵਿੱਚ। ਕੌਣ ਲੈ ਕੇ ਆਏ ਸੀ? ਬ੍ਰਿਟਿਸ਼ਰਸ। ਕਿਉਂ ਲੈ ਕੇ ਆਏ ਸੀ? ਤਾਂ ਕਿ ਉਹ ਭਾਰਤ ਦੇ ਵਿੱਚ ਐਜੂਕੇਸ਼ਨਸ ਨੂੰ ਅੱਗੇ ਲੈ ਕੇ ਜਾ ਸਕਣ। ਠੀਕ ਹੈ, ਉਸ ਤੋਂ ਬਾਅਦ ਕੀ ਸੀ ਜੀ? ਜੌਨ ਸਾਰਜੈਂਟ ਨੇ ਇੱਕ ਭਾਰਤੀ ਸਿੱਖਿਆ ਲਈ ਇੱਕ ਵਿਆਪਕ ਯੋਜਨਾ ਬਣਾਈ ਸੀ, ਜਿਹੜੀ ਕਿ ਫਿਰ ਇੱਕ ਕਮੇਟੀ ਬਣੀ ਸੀ ਜਿਹਦੇ ਵਿੱਚ ਕਿ 22 ਮੈਂਬਰ ਸੀ। ਠੀਕ ਹੈ, ਉਹਨਾਂ ਨੇ 1944 ਵਿੱਚ ਉਹ ਜਿਹੜੀ ਯੋਜਨਾ ਬਣਾਈ ਸੀ ਉਹ ਕੇਂਦਰੀ ਸਲਾਹਕਾਰ ਬੋਰਡ ਆਫ ਐਜੂਕੇਸ਼ਨ ਨੂੰ ਪੇਸ਼ ਕੀਤੀ ਸੀ, ਜਿਨ੍ਹਾਂ ਨੇ ਕਿ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਅਮਲ ਵਿੱਚ ਲਿਆਉਣ ਦਾ ਫੈਸਲਾ ਕੀਤਾ ਸੀ। ਠੀਕ ਹੈ, ਫਿਰ ਭਾਰਤ ਵਿੱਚ ਰਾਸ਼ਟਰੀ ਸਿੱਖਿਆ ਪ੍ਰਣਾਲੀ ਦੀ ਸਥਾਪਨਾ ਇਸ ਰਿਪੋਰਟ ਦੇ ਪ੍ਰਕਾਸ਼ਨ ਨਾਲ ਹੀ ਸ਼ੁਰੂ ਹੋਈ ਸੀ। ਜਿਹੜੀ ਕਿ ਭਾਰਤ ਦੇ ਵਿੱਚ ਰਾਸ਼ਟਰੀ ਸਿੱਖਿਆ ਪ੍ਰਣਾਲੀ ਸੀ, ਉਹਦੀ ਜਿਹੜੀ ਸਥਾਪਨਾ ਸੀ ਉਹ ਇਸ ਰਿਪੋਰਟ ਦੇ ਪ੍ਰਕਾਸ਼ਨ ਨਾਲ ਹੀ ਸ਼ੁਰੂ ਹੋਈ ਸੀ। ਕਲੀਅਰ ਹੈ ਜੀ? ਨੈਕਸਟ ਆ ਜਾਓ। ਨੈਕਸਟ ਦੇਖੋ ਕੀ ਦਿੱਤਾ ਹੋਇਆ ਜੀ ਆਪਾਂ ਨੂੰ। ਸਿੱਖਿਆ ਇਤਿਹਾਸ ਦੀ ਸਾਰਜੈਂਟ ਯੋਜਨਾ। ਸਿੱਖਿਆ ਇਤਿਹਾਸ ਦੀ ਸਾਰਜੈਂਟ ਯੋਜਨਾ 1944 ਵਿੱਚ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਨੇ ਸਾਰਜੈਂਟ ਵਿਸ਼ਲੇਸ਼ਣ ਤਿਆਰ ਕੀਤਾ, ਜੋ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਿੱਖਿਆ ਦੇ ਵਿਕਾਸ ਬਾਰੇ ਇੱਕ ਪੂਰੀ ਰਿਪੋਰਟ ਸੀ। ਇਸ ਨੇ ਇੱਕ ਵਿਦਿਅਕ ਪ੍ਰਣਾਲੀ ਦੀ ਕਲਪਨਾ ਕੀਤੀ ਜਿਸ ਵਿੱਚ 6 ਤੋਂ 11 ਜੂਨੀਅਰ ਬੇਸਿਕ ਅਤੇ 11 ਤੋਂ 14 ਸੀਨੀਅਰ ਬੇਸਿਕ ਦੇ ਵਿਚਕਾਰ ਦੇ ਸਾਰੇ ਬੱਚਿਆਂ ਲਈ ਸਰਵ ਵਿਆਪਕ ਮੁਫਤ ਅਤੇ ਲਾਜ਼ਮੀ ਮੁੱਢਲੀ ਸਿੱਖਿਆ ਸ਼ਾਮਲ ਸੀ, ਜਿਵੇਂ ਕਿ ਵਰਦਾ ਸਕੀਮ ਦੁਆਰਾ ਸੁਝਾਈ ਗਈ ਸੀ। ਸੀਨੀਅਰ ਬੇਸਿਕ ਜਾਂ ਮਿਡਲ ਸਕੂਲ ਜ਼ਿਆਦਾਤਰ ਵਿਦਿਆਰਥੀਆਂ ਦੇ ਸਕੂਲੀ ਕਰੀਅਰ ਵਿੱਚ ਅੰਤਿਮ ਪੜਾਅ ਵਜੋਂ ਸੇਵਾ ਕਰਦਾ ਸੀ। ਖੋਜ ਨੇ ਸੁਝਾਅ ਦਿੱਤਾ ਕਿ ਮਿਡਲ ਸਕੂਲ ਦੇ ਵਿਦਿਆਰਥੀਆਂ ਨੂੰ ਕੋਰਸਾਂ ਦੀ ਇੱਕ ਚੋਣ ਤੱਕ ਪਹੁੰਚ ਹੋਣੀ ਚਾਹੀਦੀ ਹੈ। ਇਹ ਕਲਾਸਾਂ ਵਿਦਿਆਰਥੀਆਂ ਨੂੰ ਕਾਲਜਾਂ ਅਤੇ ਉਦਯੋਗਿਕ ਅਤੇ ਵਪਾਰਕ ਕਿੱਤਿਆਂ ਦੋਵਾਂ ਵਿੱਚ ਜਾਣ ਵਿੱਚ ਮਦਦ ਕਰਨ ਲਈ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਇਹ ਸੁਝਾਅ ਦਿੱਤਾ ਗਿਆ ਸੀ ਕਿ ਹਾਈ ਸਕੂਲ ਦਾ ਪਾਠਕ੍ਰਮ 6 ਸਾਲ ਤੱਕ ਚੱਲਣਾ ਚਾਹੀਦਾ ਹੈ। ਠੀਕ ਹੈ, ਜਿਹੜਾ ਕਿ ਸਾਰਜੈਂਟ ਯੋਜਨਾ ਦੇ ਵਿੱਚ ਸਿੱਖਿਆ ਬਾਰੇ ਦੱਸਿਆ ਗਿਆ ਸੀ ਕਿ ਕਿਵੇਂ ਸਿੱਖਿਆ ਨੂੰ ਹੁਣ ਤੁਸੀਂ ਦਿਓਗੇ, ਉਹਦਾ ਕੀ ਕਰਿਕੂਲਮ ਬਣਾਓਗੇ। ਠੀਕ ਹੈ, ਉਹਦੇ ਬਾਰੇ ਇਹਦੇ ਵਿੱਚ ਗੱਲ ਹੋਈ ਹੈ। 1944 ਦੇ ਵਿੱਚ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਨੇ ਸਾਰਜੈਂਟ ਵਿਸ਼ਲੇਸ਼ਣ ਤਿਆਰ ਕੀਤਾ। 1944 ਦੇ ਵਿੱਚ CAB ਨੇ ਇਹਨਾਂ ਨੇ ਸਾਰਜੈਂਟ ਵਿਸ਼ਲੇਸ਼ਣ ਜੋ ਉਸ ਰਿਪੋਰਟ ਦੇ ਵਿੱਚ ਸੀ ਉਹਦਾ ਇੱਕ ਵਿਸ਼ਲੇਸ਼ਣ ਤਿਆਰ ਕੀਤਾ, ਜੋ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਿੱਖਿਆ ਦੇ ਵਿਕਾਸ ਬਾਰੇ ਇੱਕ ਪੂਰੀ ਰਿਪੋਰਟ ਸੀ। ਜੋ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਠੀਕ ਹੈ, ਸਿੱਖਿਆ ਦੇ ਵਿੱਚ ਕੀ ਮਤਲਬ ਕਿਵੇਂ ਵਿਕਾਸ ਹੋਣਾ ਉਹਦੇ ਬਾਰੇ ਇੱਕ ਪੂਰੀ ਰਿਪੋਰਟ ਸੀ। ਇਸ ਨੇ ਇੱਕ ਵਿਦਿਅਕ ਪ੍ਰਣਾਲੀ ਦੀ ਕਲਪਨਾ ਕੀਤੀ। ਇਹਨੇ ਕੀ ਕੀਤਾ ਜੀ? ਇੱਕ ਵਿਦਿਅਕ ਪ੍ਰਣਾਲੀ ਦੀ ਕਲਪਨਾ ਕੀਤੀ, ਮਤਲਬ ਇੱਕ ਵਿਦਿਅਕ ਪ੍ਰਣਾਲੀ ਬਣਾਈ ਜਿਸ ਵਿੱਚ 6 ਸਾਲ ਤੋਂ 11 ਜੂਨੀਅਰ ਬੇਸਿਕ ਤੇ 11 ਤੋਂ 14 ਸੀਨੀਅਰ ਬੇਸਿਕ ਦੇ ਵਿਚਕਾਰ ਦੇ ਸਾਰੇ ਬੱਚਿਆਂ ਲਈ ਸਰਵ ਵਿਆਪਕ, ਮਤਲਬ ਸਾਰਿਆਂ ਲਈ ਜ਼ਰੂਰੀ, ਮੁਫਤ ਤੇ ਲਾਜ਼ਮੀ ਮੁੱਢਲੀ ਸਿੱਖਿਆ ਸ਼ਾਮਲ ਸੀ, ਜਿਵੇਂ ਕਿ ਵਰਦਾ ਸਕੀਮ ਦੁਆਰਾ ਸੁਝਾਈ ਗਈ ਸੀ। ਸੀਨੀਅਰ ਬੇਸਿਕ, ਜਿਹੜੀ ਕਿ ਸੀਨੀਅਰ ਬੇਸਿਕ ਹੈ ਜਾਂ ਮਿਡਲ ਸਕੂਲ, ਜ਼ਿਆਦਾਤਰ ਵਿਦਿਆਰਥੀਆਂ ਦੇ ਸਕੂਲੀ ਕਰੀਅਰ ਵਿੱਚ ਅੰਤਿਮ ਪੜਾਅ ਵਜੋਂ ਸੇਵਾ ਕਰਦਾ ਸੀ। ਖੋਜ ਨੇ ਸੁਝਾਅ ਦਿੱਤਾ, ਫਿਰ ਖੋਜ ਨੇ ਕੀ ਸੁਝਾਅ ਦਿੱਤਾ ਕਿ ਮਿਡਲ ਸਕੂਲ ਦੇ ਵਿਦਿਆਰਥੀਆਂ ਨੂੰ, ਜਿਹੜੇ ਮਿਡਲ ਸਕੂਲ ਦੇ ਵਿਦਿਆਰਥੀ ਹੈ ਉਹਨਾਂ ਨੂੰ ਕੋਰਸਾਂ ਦੀ ਇੱਕ ਚੋਣ ਤੱਕ ਪਹੁੰਚ ਹੋਣੀ ਚਾਹੀਦੀ ਹੈ, ਕਿ ਉਹਨਾਂ ਨੂੰ ਕੋਰਸਾਂ ਦੀ ਕਿਵੇਂ ਉਹਨਾਂ ਨੇ ਚੋਣ ਕਰਨੀ ਹੈ ਉਹ ਦੱਸਿਆ ਜਾਣਾ ਚਾਹੀਦਾ ਹੈ। ਇਹ ਕਲਾਸਾਂ ਜਿਹੜੀਆਂ ਇਹ ਕਲਾਸਾਂ ਹੁੰਦੀਆਂ ਵਿਦਿਆਰਥੀਆਂ ਨੂੰ ਕਾਲਜਾਂ ਅਤੇ ਉਦਯੋਗਿਕ ਅਤੇ ਵਪਾਰਕ ਕਿੱਤਿਆਂ ਦੋਵਾਂ ਵਿੱਚ ਜਾਣ ਵਿੱਚ ਮਦਦ ਕਰਨ ਲਈ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਠੀਕ ਹੈ, ਜਿਹੜੀਆਂ ਇਹ ਕਲਾਸਾਂ ਨੇ ਇਹ ਵਿਦਿਆਰਥੀਆਂ ਨੂੰ ਚਾਹੇ ਤਾਂ ਉਹ ਕਾਲਜਿਸ ਦੇ ਵਿੱਚ ਚਲੇ ਜਾਣ, ਠੀਕ ਹੈ, ਜਾਂ ਫਿਰ ਉਹ ਉਦਯੋਗਿਕ ਕੋਈ ਆਪਣਾ ਇੰਡਸਟਰੀਅਲ ਵੱਲ ਚਲੇ ਜਾਣ, ਠੀਕ ਹੈ, ਜਾਂ ਵਪਾਰਿਕ ਕੋਈ ਕੰਮਕਾਰ ਦੇ ਵਿੱਚ ਚਲੇ ਜਾਣ। ਉਹ ਮਤਲਬ ਉਸ ਤਰੀਕੇ ਨਾਲ ਬੱਚੇ ਨੂੰ ਤਿਆਰ ਕੀਤਾ ਜਾਣਾ ਚਾਹੀਦਾ ਹੈ। ਇਹ ਸੁਝਾਅ ਦਿੱਤਾ ਗਿਆ ਸੀ। ਇਹ ਫਿਰ ਕੀ ਸੁਝਾਅ ਦਿੱਤਾ ਗਿਆ ਕਿ ਹਾਈ ਸਕੂਲ ਦਾ ਜਿਹੜਾ ਪਾਠਕ੍ਰਮ ਹੈ ਉਹ 6 ਸਾਲ ਤੱਕ ਚੱਲਣਾ ਚਾਹੀਦਾ ਹੈ। ਕਲੀਅਰ ਹੈ? ਇਹਨਾਂ ਨੇ ਕੀ ਕਿਹਾ ਸਟੂਡੈਂਟਸ ਕਿ 6 ਸਾਲ ਤੋਂ 11 ਸਾਲ ਤੱਕ ਹੈ ਉਹ ਜੂਨੀਅਰ ਬੇਸਿਕ ਹੋਣਾ ਚਾਹੀਦਾ, ਉਸ ਤੋਂ ਬਾਅਦ 11 ਤੋਂ 14 ਸਾਲ ਤੱਕ ਜੀ ਸੀਨੀਅਰ ਬੇਸਿਕ ਹੋਣਾ ਚਾਹੀਦਾ ਹੈ। ਤੇ ਇਹਦੇ ਵਿਚਕਾਰ ਜਿੰਨੇ ਵੀ ਸਾਰੇ ਬੱਚੇ ਆਉਂਦੇ ਆ ਉਹਨਾਂ ਲਈ ਸਰਵ ਵਿਆਪਕ ਮੁਫਤ ਤੇ ਲਾਜ਼ਮੀ ਮੁੱਢਲੀ ਸਿੱਖਿਆ ਸ਼ਾਮਿਲ ਹੋਣੀ ਚਾਹੀਦੀ ਹੈ। ਠੀਕ ਹੈ,
ਜਿਹੜੇ ਕਿ ਸੀਨੀਅਰ ਬੇਸਿਕ ਜਾਂ ਮਿਡਲ ਸਕੂਲ ਹੈ, ਜ਼ਿਆਦਾਤਰ ਵਿਦਿਆਰਥੀਆਂ ਦੇ ਸਕੂਲੀ ਕਰੀਅਰ ਵਿੱਚ ਅੰਤਿਮ ਪੜਾਅ, ਮਤਲਬ ਬੱਚੇ ਜਾਂ ਤਾਂ ਸੀਨੀਅਰ ਤੱਕ ਪੜ੍ਹ ਲੈਂਦੇ ਸੀ ਜਾਂ ਮਿਡਲ ਤੱਕ ਪੜ੍ਹ ਲੈਂਦੇ ਸੀ, ਲੇਕਿਨ ਐਵੇਂ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਸੁਝਾਅ ਦਿੱਤਾ ਕਿ ਮਿਡਲ ਸਕੂਲ ਦੇ ਜਿੰਨੇ ਵੀ ਵਿਦਿਆਰਥੀ ਆ ਉਹਨਾਂ ਦੀ ਕੋਰਸ ਇੱਕ ਚੋਣ ਤੱਕ ਪਹੁੰਚ ਹੋਣੀ ਚਾਹੀਦੀ ਹੈ, ਵੀ ਉਹ ਕਾਮਰਸ ਕਰਨਾ ਚਾਹੁੰਦੇ ਆ, ਆਰਟਸ ਕਰਨਾ ਚਾਹੁੰਦੇ ਆ, ਮੈਡੀਕਲ, ਨੋਨ ਮੈਡੀਕਲ ਕੀ ਕਰਨਾ ਚਾਹੁੰਦੇ ਆ, ਠੀਕ ਹੈ। ਫਿਰ ਇਹ ਕਲਾਸਾਂ ਵਿਦਿਆਰਥੀਆਂ ਨੂੰ ਕਾਲਜਾਂ ਅਤੇ ਉਦਯੋਗਿਕ ਅਤੇ ਵਪਾਰਿਕ ਕਿੱਤਿਆਂ ਦੋਵਾਂ ਵਿੱਚ ਜਾਣ ਵਿੱਚ ਮਦਦ ਕਰਨ ਲਈ ਬਣਾਈਆਂ ਜਾਣੀਆਂ ਚਾਹੀਦੀਆਂ ਹਨ, ਠੀਕ ਹੈ। ਇਹ ਸੁਝਾਅ ਦਿੱਤਾ ਗਿਆ ਸੀ ਕਿ ਜਿਹੜਾ ਫਿਰ ਹਾਈ ਸਕੂਲ ਦਾ ਪਾਠਕ੍ਰਮ ਹੈ ਉਹ ਕਿੰਨੀ ਦੇਰ ਤੱਕ ਚੱਲਣਾ ਚਾਹੀਦਾ ਜੀ, 6 ਸਾਲ ਤੱਕ ਚੱਲਣਾ ਚਾਹੀਦਾ ਹੈ, ਠੀਕ ਹੈ। ਇਹ ਡਿਵੈਲਪਮੈਂਟ ਆਫ ਐਜੂਕੇਸ਼ਨ ਇਨ ਇੰਡੀਆ ਦੀ ਆਪਾਂ ਗੱਲ ਕਰ ਰਹੇ ਹਾਂ, ਵੈਸਟ ਦੀ ਆਪਾਂ ਕਰ ਚੁੱਕੇ ਹਾਂ। ਸਿੱਖਿਆ ਉਦੇਸ਼ ਦੀ ਸਾਰਜੈਂਟ ਯੋਜਨਾ, ਸਿੱਖਿਆ ਉਦੇਸ਼ ਦੀ ਸਾਰਜੈਂਟ ਯੋਜਨਾ ਬਾਰੇ ਪੜਾਂਗੇ। ਦੋਵਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਇੱਕ ਠੋਸ ਸਰਵਪੱਖੀ ਸਿੱਖਿਆ ਪ੍ਰਦਾਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਉਹਨਾਂ ਕਿੱਤਾਕਾਰਾਂ ਲਈ ਕੁਝ ਦੇਰ ਪੜਾਅ ਦੀ ਤਿਆਰੀ ਵੀ ਦੇਣੀ ਚਾਹੀਦੀ ਹੈ ਜੋ ਉਹ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਅਪਣਾਉਣ ਦੀ ਯੋਜਨਾ ਬਣਾਉਂਦੇ ਹਨ। ਸਾਰੇ ਸੈਕੰਡਰੀ ਸਕੂਲਾਂ ਨੂੰ ਮਾਤ ਭਾਸ਼ਾ ਵਿੱਚ ਸਿੱਖਿਆ ਦੇਣ ਦੀ ਲੋੜ ਹੈ। ਸਾਰਜੈਂਟ ਰਿਪੋਰਟ ਨੇ ਕਈ ਹੋਰ ਸਿਫਾਰਸ਼ਾਂ ਵੀ ਕੀਤੀਆਂ ਸਨ, ਜਿਸ ਵਿੱਚ ਲਗਭਗ 20 ਸਾਲਾਂ ਵਿੱਚ ਬਾਲਗ ਅਨਪੜ੍ਹਤਾ ਨੂੰ ਖਤਮ ਕਰਨਾ, ਅਧਿਆਪਕਾਂ ਦੀ ਸਹੀ ਸਿਖਲਾਈ ਲਈ ਵਿਆਪਕ ਸਹਾਇਤਾ, ਸਰੀਰਕ ਅਤੇ ਮਾਨਸਿਕ ਅਸਮਰਥ ਬੱਚਿਆਂ ਲਈ ਸਹਾਇਤਾ, ਲਾਜ਼ਮੀ ਸਰੀਰਕ ਸਿੱਖਿਆ ਦਾ ਸੰਗਠਨ, ਸਮਾਜਿਕ ਅਤੇ ਮਨੋਰੰਜਨ ਗਤੀਵਿਧੀਆਂ ਲਈ ਸਮਰਥਨ ਅਤੇ ਸੰਘੀ ਸਰਕਾਰ ਅਤੇ ਰਾਜਾਂ ਵਿੱਚ ਸਿੱਖਿਆ ਦੇ ਵਿਭਾਗਾਂ ਦੀ ਸਥਾਪਨਾ, ਠੀਕ ਹੈ। ਹੁਣ ਇਹ ਸਿੱਖਿਆ ਉਦੇਸ਼, ਇਹਦੇ ਸਾਰਜੈਂਟ ਯੋਜਨਾ ਦੇ ਕੀ ਸਿੱਖਿਆ ਉਦੇਸ਼ ਸੀ? ਇਹਨਾਂ ਦੇ ਉਦੇਸ਼ ਸੀ ਕਿ ਇੱਕ ਠੋਸ ਸਰਵਪੱਖੀ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ, ਠੀਕ ਹੈ। ਸਰਵਪੱਖੀ ਸਿੱਖਿਆ ਹਰ ਬੱਚੇ ਨੂੰ ਪ੍ਰਦਾਨ ਹੋਵੇ ਅਤੇ ਉਹਨਾਂ ਕਿੱਤਾਕਾਰਾਂ ਲਈ, ਮਤਲਬ ਜਿਹੜੇ ਉਹ ਗ੍ਰੈਜੂਏਸ਼ਨ ਤੋਂ ਬਾਅਦ ਕੋਈ ਕੰਮ ਕਰਨਾ ਚਾਹੁੰਦੇ ਹੈ, ਕੋਈ ਬੈਂਕਰ ਬਣਨਾ ਚਾਹੁੰਦਾ ਹੈ, ਕੋਈ ਟੀਚਰ ਬਣਨਾ ਚਾਹੁੰਦਾ ਹੈ, ਠੀਕ ਹੈ, ਕੋਈ ਡਾਕਟਰ ਬਣਨਾ, ਮਤਲਬ ਡਾਕਟਰ ਬਣੇਗਾ, ਉਸ ਲਾਈਨ ਬਾਰੇ ਵੀ ਗਾਈਡੈਂਸ ਦੇਣੀ ਚਾਹੀਦੀ ਹੈ, ਉਸ ਬਾਰੇ ਵੀ ਪੜ੍ਹਾਉਣਾ ਚਾਹੀਦਾ ਹੈ। ਉਹ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਿੰਨੇ ਵੀ ਸੈਕੰਡਰੀ ਸਕੂਲਾਂ ਨੇ, ਸੈਕੰਡਰੀ ਸਕੂਲ ਹੈ, ਉਹਨਾਂ ਨੂੰ ਮਾਤ ਭਾਸ਼ਾ ਵਿੱਚ ਸਿੱਖਿਆ ਦੇਣ ਦੀ ਲੋੜ ਹੈ। ਸਾਰਜੈਂਟ ਰਿਪੋਰਟ ਨੇ ਹੋਰ ਵੀ ਕਈ ਸਿਫਾਰਸ਼ਾਂ ਕੀਤੀਆਂ ਸਨ, ਕਿਹੜੀਆਂ, ਜਿਸ ਵਿੱਚ ਲਗਭਗ 20 ਸਾਲਾਂ ਦੇ ਵਿੱਚ ਕਿ ਜਿੰਨੀ ਵੀ ਅਨਪੜ੍ਹਤਾ ਉਹਨੂੰ ਖਤਮ ਕੀਤਾ ਜਾਊਗਾ, ਅਧਿਆਪਕਾਂ ਦੀ ਸਹੀ ਸਿਖਲਾਈ ਲਈ ਵਿਆਪਕ ਸਹਾਇਤਾ ਦਿੱਤੀ ਜਾਊਗੀ, ਸਰੀਰਕ ਅਤੇ ਮਾਨਸਿਕ ਅਸਮਰਥ ਬੱਚਿਆਂ ਲਈ ਸਹਾਇਤਾ ਮਿਲੂਗੀ, ਲਾਜ਼ਮੀ ਸਰੀਰਕ ਸਿੱਖਿਆ ਦਾ ਸੰਗਠਨ ਹੋਏਗਾ, ਸਮਾਜਿਕ ਅਤੇ ਮਨੋਰੰਜਨ ਗਤੀਵਿਧੀ ਲਈ ਸਮਰਥਨ ਤੇ ਸੰਘੀ ਸਰਕਾਰ ਅਤੇ ਰਾਜਾਂ ਵਿੱਚ ਸਿੱਖਿਆ ਦੀ ਵਿਭਾਗਾਂ ਦੀ ਸਥਾਪਨਾ। ਸਮਝ ਕੇ ਸਟੂਡੈਂਟਸ, ਸਾਰਜੈਂਟ ਯੋਜਨਾ ਦੇ ਉਦੇਸ਼ ਸਮਝ ਰਹੇ ਹੋ ਨਾ, ਠੀਕ ਹੈ। ਅੱਗੇ ਵੀ ਹੈ, ਆਰਾਮ ਨਾਲ ਤੁਸੀਂ ਪੜ੍ਹਦੇ ਜਾਓ। ਸਾਰਜੈਂਟ ਰਿਪੋਰਟ, ਇਹ ਆਪਾਂ ਉਦੇਸ਼ ਹੀ ਅਲੱਗ ਕਰਵਾ ਰਹੇ ਹਾਂ। ਸਾਰਜੈਂਟ ਰਿਪੋਰਟ ਤਕਨੀਕੀ, ਕਿੱਤਾ ਮੁਖੀ ਅਤੇ ਪੇਸ਼ੇਵਰ ਸਿੱਖਿਆ ਸਮੇਤ ਸਿੱਖਿਆ ਦੇ ਸਾਰੇ ਪੱਧਰਾਂ ਅਤੇ ਪਹਿਲੂਆਂ ਨੂੰ ਸੰਬੋਧਿਤ ਕਰਨ ਲਈ ਪਹਿਲੀ ਵਿਆਪਕ ਯੋਜਨਾ ਸੀ। ਇਹ ਪਹਿਲੀ ਵਿਆਪਕ ਯੋਜਨਾ ਸੀਗੀ ਟੈਕਨੀਕਲ, ਠੀਕ ਹੈ, ਪ੍ਰੋਫੈਸ਼ਨਲ ਤੇ ਜਿਹੜੇ ਕਿ ਪੇਸ਼ੇਵਰ ਸਿੱਖਿਆ ਸਮੇਤ ਸਿੱਖਿਆ ਦੇ ਸਾਰੇ ਪੱਧਰਾਂ ਅਤੇ ਪਹਿਲੂਆਂ ਨੂੰ ਸੰਬੋਧਿਤ ਕਰਨ ਲਈ, ਠੀਕ ਹੈ। ਇਹ ਪਹਿਲੀ ਵਿਆਪਕ ਯੋਜਨਾ ਸੀ ਜਿਹਦੇ ਵਿੱਚ ਟੈਕਨੀਕਲ ਗੱਲ ਵੀ ਹੋਈ, ਪ੍ਰੋਫੈਸ਼ਨਲ ਗੱਲ ਵੀ ਹੋਈ, ਠੀਕ ਹੈ, ਬਿਜ਼ਨਸਮੈਨ ਦੀ ਵੀ ਗੱਲ ਹੋਈ, ਹਰ ਇੱਕ ਬੰਦੇ ਦੀ ਇਸ ਦੇ ਵਿੱਚ ਗੱਲ ਹੋਈ। ਇਸ ਵਿੱਚ ਪ੍ਰੀ ਪ੍ਰਾਇਮਰੀ, ਠੀਕ ਹੈ, ਇਸ ਵਿੱਚ ਪ੍ਰੀ ਪ੍ਰਾਇਮਰੀ, ਪ੍ਰਾਇਮਰੀ, ਹਾਈ ਸਕੂਲ ਅਤੇ ਯੂਨੀਵਰਸਿਟੀ ਸਿੱਖਿਆ ਸ਼ਾਮਲ ਹੈ। ਇਸ ਵਿੱਚ ਪ੍ਰੀ ਪ੍ਰਾਇਮਰੀ, ਪ੍ਰਾਇਮਰੀ, ਹਾਈ ਸਕੂਲ ਅਤੇ ਯੂਨੀਵਰਸਿਟੀ ਸਿੱਖਿਆ ਸ਼ਾਮਲ ਹੈ। ਇਸ ਨੇ ਸਾਰੇ ਵਿਦਿਆਰਥੀਆਂ ਨੂੰ ਇੱਕੋ ਜਿਹੇ ਮੌਕੇ ਪ੍ਰਦਾਨ ਕੀਤੇ, ਠੀਕ ਹੈ। ਇਹਨੇ ਇਹ ਨਹੀਂ ਦੇਖਿਆ ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਹੁਸ਼ਿਆਰ ਹੈ, ਕੋਈ ਨਲਾਇਕ ਹੈ। ਇਸਨੇ ਸਾਰੇ ਵਿਦਿਆਰਥੀਆਂ ਨੂੰ ਇੱਕੋ ਜਿਹੇ ਮੌਕੇ ਪ੍ਰਦਾਨ ਕੀਤੇ। ਅਧਿਆਪਨ ਕਿੱਤੇ ਨੂੰ ਉਹ ਸਨਮਾਨ ਦਿੱਤਾ ਗਿਆ ਜਿਸ ਦਾ ਇਹ ਹੱਕਦਾਰ ਸੀ। ਟੀਚਿੰਗ ਪ੍ਰੋਫੈਸ਼ਨ ਨੂੰ ਸਨਮਾਨ ਦਿੱਤਾ ਗਿਆ ਜਿਸ ਦਾ ਇਹ ਹੱਕਦਾਰ ਹੈ, ਮਤਲਬ ਜੋ ਇਸ ਨੂੰ ਹੱਕ ਮਿਲਣਾ ਚਾਹੀਦਾ ਸੀ, ਠੀਕ ਹੈ। ਇੰਸਟ੍ਰਕਟਰਾਂ ਲਈ ਤਨਖਾਹ ਸਕੇਲਾਂ ਅਤੇ ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਨ ਦੀ ਵੀ ਸਲਾਹ ਦਿੱਤੀ ਗਈ। ਜਿਹੜੇ ਟੀਚਰ ਸੀ ਉਹਨਾਂ ਦੀ ਜਿਹੜੀ ਪੇ ਸਕੇਲ ਸੀ, ਠੀਕ ਹੈ, ਉਹਨਾਂ ਦੀਆਂ ਜੋ ਕੰਮ ਦੀਆਂ ਸਥਿਤੀ ਸੀ, ਵਰਕਿੰਗ ਕੰਡੀਸ਼ਨ ਸੀ, ਉਹਨਾਂ ਦੇ ਵਿੱਚ ਵੀ ਸੁਧਾਰ ਕਰਨ ਦੀ ਸਲਾਹ ਦਿੱਤੀ ਗਈ ਸੀ। ਪੇਪਰ ਨੇ ਲਾਭਕਾਰੀ ਸਿੱਖਿਆ ਦੇ ਮੁੱਲ ਨੂੰ ਉਜਾਗਰ ਕੀਤਾ, ਠੀਕ ਹੈ। ਇਸ ਚੀਜ਼ ਨੇ ਕੀ ਕੀਤਾ,
ਜਿਹੜੇ ਕਿ ਪੇਪਰ ਨੇ, ਠੀਕ ਹੈ, ਲਾਭਕਾਰੀ ਸਿੱਖਿਆ, ਇੱਕ ਬੈਨੀਫੀਸ਼ੀਅਲ ਸਿੱਖਿਆ ਦੇ ਮੁੱਲ ਨੂੰ ਉਜਾਗਰ ਕਰ ਦਿੱਤਾ ਸੀ। ਠੀਕ ਹੈ, ਇਹ ਪਹਿਲੀ ਰਿਪੋਰਟ ਸੀਗੀ ਜਿਹਦੇ ਵਿੱਚ ਪ੍ਰੋਫੈਸ਼ਨਲ ਵੀ ਗੱਲ ਹੋਈ ਸੀ, ਟੀਚਰਸ ਦੇ ਲਈ ਵੀ ਗੱਲ ਹੋਈ ਸੀ। ਠੀਕ ਹੈ, ਕਿ ਟੈਕਨੀਕਲ ਐਜੂਕੇਸ਼ਨ ਵੀ ਜ਼ਰੂਰੀ ਹੈ, ਪ੍ਰੋਫੈਸ਼ਨਲ ਐਜੂਕੇਸ਼ਨ ਵੀ ਜ਼ਰੂਰੀ ਹੈ, ਅਗਰ ਕੋਈ ਬਿਜ਼ਨਸਮੈਨ ਬਣਨਾ ਚਾਹੁੰਦਾ ਉਹਦੇ ਲਈ ਵੀ ਐਜੂਕੇਸ਼ਨ ਜ਼ਰੂਰੀ ਹੈ। ਇਹ ਫਸਟ ਐਸੀ ਰਿਪੋਰਟ ਸੀ ਜਿਹਦੇ ਵਿੱਚ ਟੀਚਰਸ ਦੀ ਵੀ ਗੱਲ ਹੋਈ ਸੀ। ਠੀਕ ਹੈ, ਕਿ ਟੀਚਰਸ ਦੀ ਪੇ ਸਕੇਲ ਨੂੰ ਇਨਕਰੀਜ਼ ਕੀਤਾ ਜਾਵੇ। ਠੀਕ ਹੈ, ਇਹ ਜੀ ਫਸਟ ਉਹ ਸੀਗੀ ਰਿਪੋਰਟ। ਹੁਣ ਸਿੱਖਿਆ ਵਿਸ਼ੇਸ਼ਤਾ ਦੀ ਸਾਰਜੈਂਟ ਯੋਜਨਾ 3 ਅਤੇ 6 ਸਾਲ ਦੀ ਉਮਰ ਦੇ ਵਿਚਕਾਰ ਪ੍ਰੀ ਪ੍ਰਾਇਮਰੀ ਸਿੱਖਿਆ, ਇਹਨਾਂ ਦੀ ਸਿੱਖਿਆ ਵਿਸ਼ੇਸ਼ਤਾ, ਠੀਕ ਹੈ, ਐਜੂਕੇਸ਼ਨ ਇੰਪੋਰਟੈਂਸ ਦੀ ਸਾਰਜੈਂਟ ਯੋਜਨਾ। ਠੀਕ ਹੈ, 3 ਅਤੇ 6 ਸਾਲ ਦੀ ਉਮਰ ਦੇ ਵਿਚਕਾਰ ਪ੍ਰੀ ਪ੍ਰਾਇਮਰੀ ਸਿੱਖਿਆ, ਇਹਨਾਂ ਨੇ ਕੀ ਕਿਹਾ ਕਿ 3 ਤੋਂ ਲੈ ਕੇ 6 ਸਾਲ ਦੀ ਉਮਰ ਦੇ ਵਿਚਕਾਰ ਪ੍ਰੀ ਪ੍ਰਾਇਮਰੀ ਸਿੱਖਿਆ ਹੋਣੀ ਚਾਹੀਦੀ ਹੈ। ਪ੍ਰੀ ਪ੍ਰਾਇਮਰੀ ਸਿੱਖਿਆ ਨੂੰ ਪੇਂਡੂ ਖੇਤਰਾਂ ਵਿੱਚ ਮੁੱਢਲੀ ਜਾਂ ਮੁੱਢਲੀ ਸਿੱਖਿਆ ਨਾਲ ਜੋੜਿਆ ਜਾਣਾ ਚਾਹੀਦਾ ਹੈ। ਲੋੜੀਂਦੀ ਸਿਖਲਾਈ ਵਾਲੀਆਂ ਮਹਿਲਾ ਅਧਿਆਪਕਾਂ ਨੂੰ ਹਮੇਸ਼ਾ ਨਰਸਰੀ ਸਕੂਲਾਂ ਵਿੱਚ ਕੰਮ ਕਰਨਾ ਚਾਹੀਦਾ ਹੈ। ਪ੍ਰੀ ਪ੍ਰਾਇਮਰੀ ਸਿੱਖਿਆ ਹਰ ਹਾਲਤ ਵਿੱਚ ਮੁਫਤ ਹੋਣੀ ਚਾਹੀਦੀ ਹੈ। ਇਸ ਸਮੇਂ ਦੌਰਾਨ ਛੋਟੇ ਬੱਚਿਆਂ ਨੂੰ ਸਮਾਜਿਕ ਅਨੁਭਵ ਦੇਣਾ ਸਕੂਲੀ ਸਿੱਖਿਆ ਦਾ ਮੂਲ ਟੀਚਾ ਹੈ। ਠੀਕ ਹੈ, ਹੁਣ ਇਹਨਾਂ ਨੇ ਕੀ ਕਿਹਾ ਕਿ 3 ਤੇ 6 ਸਾਲ ਦੀ ਉਮਰ ਦੇ ਵਿਚਕਾਰ ਪ੍ਰੀ ਪ੍ਰਾਇਮਰੀ ਸਿੱਖਿਆ ਹੋਣੀ ਚਾਹੀਦੀ ਹੈ। ਜਿਹੜੀ ਪ੍ਰੀ ਪ੍ਰਾਇਮਰੀ ਸਿੱਖਿਆ ਹੈ ਉਸ ਨੂੰ ਪੇਂਡੂ ਖੇਤਰਾਂ ਵਿੱਚ ਮੁੱਢਲੀ ਜਾਂ ਮੁੱਢਲੀ ਸਿੱਖਿਆ ਨਾਲ ਜੋੜਿਆ ਜਾਣਾ ਚਾਹੀਦਾ ਹੈ। ਪ੍ਰੀ ਪ੍ਰਾਇਮਰੀ ਸਿੱਖਿਆ ਨੂੰ ਪੇਂਡੂ ਖੇਤਰਾਂ ਵਿੱਚ ਮੁੱਢਲੀ ਜਾਂ ਮੁੱਢਲੀ ਸਿੱਖਿਆ ਨਾਲ ਕੀ ਕਰਨਾ ਚਾਹੀਦਾ, ਜੋੜਿਆ ਜਾਣਾ ਚਾਹੀਦਾ ਹੈ। ਲੋੜੀਂਦੀ ਸਿਖਲਾਈ ਵਾਲੀਆਂ ਮਹਿਲਾ ਅਧਿਆਪਕਾਂ, ਠੀਕ ਹੈ, ਜਿਹੜੀ ਕਿ ਲੋੜੀਂਦੀ ਸਿਖਲਾਈ ਵਾਲੀਆਂ ਮਹਿਲਾ ਅਧਿਆਪਕਾਂ ਨੂੰ ਹਮੇਸ਼ਾ ਨਰਸਰੀ ਸਕੂਲਾਂ ਵਿੱਚ ਕੰਮ ਕਰਨਾ ਚਾਹੀਦਾ ਹੈ। ਪ੍ਰੀ ਪ੍ਰਾਇਮਰੀ ਸਿੱਖਿਆ ਹਰ ਹਾਲਤ ਵਿੱਚ ਮੁਫਤ ਹੋਣੀ ਚਾਹੀਦੀ ਹੈ। ਇਸ ਸਮੇਂ ਦੌਰਾਨ ਛੋਟੇ ਬੱਚਿਆਂ ਨੂੰ ਸਮਾਜਿਕ ਅਨੁਭਵ ਦੇਣਾ ਸਕੂਲੀ ਸਿੱਖਿਆ ਦਾ ਮੂਲ ਟੀਚਾ ਹੋਣਾ ਚਾਹੀਦਾ ਹੈ। ਸਮਝ ਗਏ ਸਟੂਡੈਂਟਸ? ਇਹਦੇ ਵਿੱਚ ਬਿਲਕੁਲ ਸਿੰਪਲ ਹੈ ਕਿ 3 ਤੋਂ 6 ਸਾਲ ਲਈ ਪ੍ਰੀ ਪ੍ਰਾਇਮਰੀ ਸਿੱਖਿਆ ਪੇਂਡੂ ਖੇਤਰਾਂ ਵਿੱਚ ਮੁੱਢਲੀ ਜਾਂ ਮੁੱਢਲੀ ਸਿੱਖਿਆ ਨਾਲ ਉਹਨਾਂ ਨੂੰ ਜੋੜਿਆ ਜਾਣਾ ਚਾਹੀਦਾ ਹੈ। ਜਿਹੜੀ ਕਿ ਲੋੜੀਂਦੀ ਸਿਖਲਾਈ ਵਾਲੀਆਂ ਮਹਿਲਾ ਉਹਨਾਂ ਅਧਿਆਪਕਾਂ ਨੂੰ ਹਮੇਸ਼ਾ ਨਰਸਰੀ ਸਕੂਲਾਂ ਵਿੱਚ ਹੀ ਕੰਮ ਕਰਨਾ ਚਾਹੀਦੀ ਹੈ। ਅਤੇ ਜਿਹੜੀ ਪ੍ਰੀ ਪ੍ਰਾਇਮਰੀ ਸਿੱਖਿਆ ਉਹਨੂੰ ਹਰ ਹਾਲਤ ਦੇ ਵਿੱਚ ਮੁਫਤ ਹੋਣਾ ਚਾਹੀਦਾ ਹੈ। ਠੀਕ ਹੈ, ਕਲੀਅਰ ਹੈ ਜੀ? ਅੱਗੇ ਆ ਜਾਓ। ਮੁੱਢਲੀ ਜਾਂ ਪ੍ਰਾਇਮਰੀ ਸਿੱਖਿਆ, ਹੁਣ ਕਿਹਦੀ ਗੱਲ ਹੋਈ? ਮੁੱਢਲੀ ਜਾਂ ਪ੍ਰਾਇਮਰੀ ਸਿੱਖਿਆ। ਮੁੱਢਲੀ ਸਿੱਖਿਆ ਦੀ ਸਾਰਜੈਂਟ ਰਿਪੋਰਟ ਵਿੱਚ ਮੁੱਢਲੀ ਸਿੱਖਿਆ ਯੋਜਨਾ ਨੂੰ ਥੋੜ੍ਹਾ ਸੋਧਿਆ ਗਿਆ ਹੈ। ਠੀਕ ਹੈ, ਮਤਲਬ ਉਹਦੇ ਵਿੱਚ ਹੋਰ ਥੋੜ੍ਹਾ ਉਹਦੇ ਵਿੱਚ ਸੋਧ ਕੀਤੀ ਗਈ ਹੈ, ਉਹਦੇ ਵਿੱਚ ਬਦਲਾਵ ਕੀਤੇ ਗਏ ਨੇ। 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ, 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਪ੍ਰਾਇਮਰੀ ਸਿੱਖਿਆ ਸਰਵ ਵਿਆਪਕ, ਮੁਫਤ ਅਤੇ ਲੋੜੀਂਦੀ ਹੋਣੀ ਚਾਹੀਦੀ ਹੈ। ਜਿਹੜੀ ਕਿ ਪ੍ਰਾਇਮਰੀ ਸਿੱਖਿਆ ਹੈ ਉਹ ਸਰਵ ਵਿਆਪਕ, ਮੁਫਤ ਅਤੇ ਲੋੜੀਂਦੀ ਹੋਣੀ ਚਾਹੀਦੀ ਹੈ। ਇੱਕ ਵਾਰ ਫਿਰ ਇਸ ਨੂੰ 2 ਪੜਾਵਾਂ ਵਿੱਚ ਵੱਖ ਕੀਤਾ ਜਾਵੇਗਾ, ਜਿਵੇਂ ਕਿ ਜੂਨੀਅਰ ਬੇਸਿਕ ਅਤੇ ਸੀਨੀਅਰ ਬੇਸਿਕ। ਜਿਹੜੀ ਕਿ ਜੂਨੀਅਰ ਬੇਸਿਕ ਹੋਏਗੀ ਉਹ ਹੋਏਗੀ ਉਮਰ 6 ਤੋਂ 11 ਅਤੇ ਜਿਹੜੀ ਸੀਨੀਅਰ ਬੇਸਿਕ ਹੋਏਗੀ ਉਹ ਹੋਏਗੀ 11 ਤੋਂ 14। ਇਸ ਉਮਰ ਵਿੱਚ ਸਿੱਖਿਆ ਨੂੰ ਇੱਕ ਬੁਨਿਆਦੀ ਸ਼ਿਲਪਕਾਰੀ ਜਾਂ ਸ਼ਿਲਪਕਾਰੀ ਦੇ ਨਾਲ ਸਰਗਰਮੀ ਦੁਆਰਾ ਸਿੱਖਣ ਦੇ ਵਿਚਾਰ ਉੱਤੇ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ, ਜੋ ਖੇਤਰ ਦੀਆਂ ਲੋੜਾਂ ਅਤੇ ਸਥਿਤੀਆਂ ਲਈ ਢੁਕਵੇਂ ਹਨ। ਕਲੀਅਰ ਹੈ ਜੀ? ਹੁਣ ਇਹਨਾਂ ਨੇ ਮੁੱਢਲੀ ਜਾਂ ਪ੍ਰਾਇਮਰੀ ਸਿੱਖਿਆ ਇਹਦੇ ਵਿੱਚ ਸੋਧ ਕੀਤੀ। ਇਹਦੇ ਵਿੱਚ ਕੀ ਸੋਧ ਕੀਤੀ ਕਿ ਇਹਦੇ ਵਿੱਚ 6 ਤੋਂ 14 ਸਾਲ ਦੀ ਉਮਰ ਦੇ ਬੱਚੇ ਆਉਣਗੇ ਅਤੇ ਇਹਦੇ ਵਿੱਚ 2 ਪੜਾਵ ਹੋਣਗੇ। ਇੱਕ ਤਾਂ ਜੂਨੀਅਰ ਬੇਸਿਕ ਹੋਏਗਾ, ਇੱਕ ਸੀਨੀਅਰ ਬੇਸਿਕ ਹੋਏਗਾ। ਜਿਹੜਾ ਜੂਨੀਅਰ ਬੇਸਿਕ ਹੋਏਗਾ ਉਹ ਹੋਊਗਾ 6 ਤੋਂ 11 ਅਤੇ ਜਿਹੜਾ ਸੀਨੀਅਰ ਬੇਸਿਕ ਹੋਏਗਾ ਉਹ ਹੋਏਗਾ 11 ਤੋਂ 14। ਠੀਕ ਹੈ, ਫਿਰ ਇਸ ਉਮਰ ਵਿੱਚ ਸਿੱਖਿਆ ਨੂੰ ਇੱਕ ਬੁਨਿਆਦੀ ਸ਼ਿਲਪਕਾਰੀ ਜਾਂ ਸ਼ਿਲਪਕਾਰੀ ਦੇ ਨਾਲ ਸਰਗਰਮੀ ਦੁਆਰਾ ਸਿੱਖਣ ਦੇ ਵਿਚਾਰ ਉੱਤੇ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ, ਜੋ ਖੇਤਰ ਦੀਆਂ ਲੋੜਾਂ ਅਤੇ ਸਥਿਤੀਆਂ ਲਈ ਢੁਕਵੇਂ ਹੋਣ। ਕਲੀਅਰ ਹੈ ਜੀ? ਕੋਈ ਡਾਊਟ ਇਹਦੇ ਵਿੱਚ? ਚੱਲੀਏ ਅੱਗੇ ਆਪਾਂ ਗੱਲ ਕਰਦੇ ਹਾਂ ਹਾਈ ਸਕੂਲ ਸਿੱਖਿਆ ਦੀ। ਹਾਈ ਸਕੂਲ ਸਿੱਖਿਆ ਕਿਸੇ ਵੀ ਹਿਸਾਬ ਨਾਲ ਹਾਈ ਸਕੂਲ ਸਿੱਖਿਆ, ਜਿਹੜੀ ਹਾਈ ਸਕੂਲ ਸਿੱਖਿਆ ਹੈ ਨੂੰ ਯੂਨੀਵਰਸਿਟੀ ਦੀ ਡਿਗਰੀ ਲਈ ਸਿਰਫ ਇੱਕ ਕਦਮ ਪੱਥਰ ਵਜੋਂ ਨਹੀਂ ਦੇਖਿਆ ਜਾ ਸਕਦਾ, ਸਗੋਂ ਆਪਣੇ ਆਪ ਵਿੱਚ ਇੱਕ ਪੜਾਅ ਵਜੋਂ ਦੇਖਿਆ ਜਾ ਸਕਦਾ ਹੈ। ਹਾਈ ਸਕੂਲ ਅਜੇ ਵੀ ਆਪਣੇ ਸਭ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿੱਚ ਭੇਜਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣਗੇ।
ਫਿਰ ਵੀ ਜ਼ਿਆਦਾਤਰ ਹਾਈ ਸਕੂਲ ਗ੍ਰੈਜੂਏਟਾਂ ਨੂੰ ਅਜਿਹੀ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ ਜੋ ਉਹਨਾਂ ਨੂੰ ਕਿੱਤਿਆਂ ਅਤੇ ਪੇਸ਼ਿਆਂ ਵਿੱਚ ਦਾਖਲਾ ਪੱਧਰ ਦੀਆਂ ਅਹੁਦਿਆਂ ਲਈ ਤਿਆਰ ਕਰੇਗੀ। ਹੁਣ ਇਹਨਾਂ ਨੇ ਕੀ ਕਿਹਾ ਕਿ ਜਿਹੜਾ ਇੱਕ ਹਾਈ ਸਕੂਲ ਸਿੱਖਿਆ ਹੈ ਉਹਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਹਾਂਜੀ ਬਸ ਹੁਣ ਤਾਂ ਮੈਂ ਕਾਲਜ ਦੇ ਵਿੱਚ ਪਹੁੰਚਣ ਵਾਲਾ, ਇੱਕ ਹੀ ਪੱਧਰ ਰਹਿ ਗਿਆ, ਠੀਕ ਹੈ, ਸਗੋਂ ਉਹ ਇੱਕ ਪੜਾਵ ਦੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ, ਠੀਕ ਹੈ। ਹਾਈ ਸਕੂਲ ਅਜੇ ਵੀ ਆਪਣੇ ਸਭ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ, ਜਿਹੜੇ ਕਿ ਬਹੁਤ ਇੰਟੈਲੀਜੈਂਟ ਵਿਦਿਆਰਥੀ ਹੁੰਦੇ ਨੇ, ਉਹਨਾਂ ਨੂੰ ਯੂਨੀਵਰਸਿਟੀਆਂ ਵਿੱਚ ਭੇਜਣ 'ਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਨੇ, ਠੀਕ ਹੈ। ਫਿਰ ਵੀ ਜ਼ਿਆਦਾਤਰ ਹਾਈ ਸਕੂਲ ਗ੍ਰੈਜੂਏਟਾਂ ਨੂੰ ਅਜਿਹੀ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ। ਕਿਹੋ ਜਿਹੀ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ ਜੋ ਉਹਨਾਂ ਨੂੰ ਕਿੱਤਿਆਂ ਅਤੇ ਪੇਸ਼ਿਆਂ ਵਿੱਚ ਦਾਖਲਾ ਪੱਧਰ ਦੀਆਂ ਅਹੁਦਿਆਂ ਲਈ ਤਿਆਰ ਕਰਨ, ਜੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੇ ਕੰਮ ਕਰਨੇ ਹੈ ਜਾਂ ਉਹਨਾਂ ਨੇ ਨੌਕਰੀਆਂ ਕਰਨੀਆਂ ਨੇ, ਉਹਦੇ ਲਈ ਉਹਨੂੰ ਤਿਆਰ ਕਰਨ। ਕਲੀਅਰ ਹੈ ਜੀ, ਸਮਝ ਆ ਗਈ। ਇਹਦੇ ਆਪਾਂ ਨੇ ਪੜ੍ਹੇ ਹੈ। ਹੁਣ ਹੈਗੇ ਹਾਈ ਸਕੂਲ ਸਿੱਖਿਆ ਸੰਗਠਨ, ਹਾਈ ਸਕੂਲ ਸਿੱਖਿਆ ਸੰਗਠਨ ਅਤੇ ਕਾਰਜ। ਹਾਈ ਸਕੂਲ ਸਿੱਖਿਆ ਸੰਗਠਨ ਅਤੇ ਕਾਰਜ। ਹਾਈ ਸਕੂਲ ਦਾ ਉਦੇਸ਼, ਹਾਈ ਸਕੂਲ ਦਾ ਉਦੇਸ਼ ਉਹਨਾਂ ਕਾਬਲੀਅਤਾਂ ਵਾਲੇ ਵਿਦਿਆਰਥੀਆਂ ਦੀ ਸੇਵਾ ਕਰਨਾ ਹੈ ਜੋ ਔਸਤ ਤੋਂ ਕਿਤੇ ਵੱਧ ਹਨ। ਇਸ ਲਈ ਇਹ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਸਵੀਕਾਰ ਕਰੇਗਾ ਜਿਨ੍ਹਾਂ ਨੇ ਕਾਬਲੀਅਤਾਂ, ਯੋਗਤਾਵਾਂ ਅਤੇ ਆਮ ਵਾਧੇ ਦਾ ਪ੍ਰਦਰਸ਼ਨ ਕੀਤਾ ਹੈ। ਜੂਨੀਅਰ ਬੇਸਿਕ ਸਕੂਲ ਦੇ ਲਗਭਗ 20% ਵਿਦਿਆਰਥੀਆਂ ਨੂੰ ਹਾਈ ਸਕੂਲਾਂ ਵਿੱਚ ਦਾਖਲਾ ਦਿੱਤਾ ਜਾਵੇਗਾ। ਹਾਈ ਸਕੂਲ ਵਿੱਚ ਦਾਖਲਾ ਲੈਣ ਵਾਲੇ ਹਰ ਬੱਚੇ ਨੂੰ ਇਹ ਨਾਬਾਲਗ 14 ਜਾਂ ਇਸ ਤੋਂ ਵੱਧ ਉਮਰ ਦੇ ਦੌਰਾਨ ਕਰਨਾ ਚਾਹੀਦਾ ਹੈ। ਇਸ ਸਮੇਂ ਤੋਂ ਬਾਅਦ ਵੀ ਕੋਰਸ ਖਤਮ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਕੂਲ ਛੱਡਣ ਤੋਂ ਰੋਕਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ। ਹਾਈ ਸਕੂਲ ਵਾਜਬ ਟਿਊਸ਼ਨ ਲਗਾਉਣਗੇ। ਸਕੂਲ ਦੀ ਪੜ੍ਹਾਈ ਦਾ ਖਰਚਾ ਪੂਰੀ ਤਰ੍ਹਾਂ ਸੰਬੰਧਿਤ ਮਾਪਿਆਂ ਦੀ ਜ਼ਿੰਮੇਵਾਰੀ ਹੈ। ਹਾਲਾਂਕਿ 50% ਵਿਦਿਆਰਥੀਆਂ ਨੂੰ ਮੁਫਤ ਟਿਊਸ਼ਨ ਜਾਂ ਹੋਰ ਤੁਲਨਾਤਮਕ ਰਿਆਇਤਾਂ ਪ੍ਰਾਪਤ ਹੋਣਗੀਆਂ ਅਤੇ ਗਰੀਬੀ ਨੂੰ ਕਿਸੇ ਯੋਗ ਨੌਜਵਾਨ ਨੂੰ ਸਿੱਖਿਆ ਪ੍ਰਾਪਤ ਕਰਨ ਤੋਂ ਰੋਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹੁਣ ਇਹਨਾਂ ਨੇ ਕੀ ਕਿਹਾ ਕਿ ਇੱਕ ਹਾਈ ਸਕੂਲ ਸਿੱਖਿਆ ਸੰਗਠਨ ਹੋਊਗਾ ਤੇ ਉਹਦਾ ਕੀ ਕੰਮ ਹੋਊਗਾ, ਉਹਦਾ ਇਹ ਕੰਮ ਹੋਊਗਾ ਕਿ ਹਾਈ ਸਕੂਲ ਦਾ ਉਦੇਸ਼ ਕੀ ਹੋਏਗਾ, ਜਿਹੜੇ ਕਿ ਕਾਬਲ ਵਿਦਿਆਰਥੀ ਹੈ ਉਹਨਾਂ ਦੀ ਸੇਵਾ ਕਰਨਾ ਮਤਲਬ ਉਹਨਾਂ ਨੂੰ ਪੜ੍ਹਾਉਣਾ ਜੋ ਉਸ ਤੋਂ ਕਿਤੇ ਵੱਧ ਹਨ, ਜੋ ਐਵਰੇਜ ਤੋਂ ਕਿਤੇ ਵੱਧ ਹਨ। ਇਸ ਲਈ ਇਹ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਸਵੀਕਾਰ ਕਰੂਗਾ। ਕਿਹੜੇ ਵਿਦਿਆਰਥੀਆਂ ਨੂੰ ਸਵੀਕਾਰ ਕਰੇਗਾ? ਜਿਨ੍ਹਾਂ ਵਿੱਚ ਬਹੁਤ ਸਾਰੀਆਂ ਕਾਬਲੀਅਤਾਂ ਨੇ, ਯੋਗਤਾਵਾਂ ਨੇ ਤੇ ਆਮ ਵਾਧੇ ਤੋਂ ਉੱਪਰ ਉੱਠ ਕੇ ਕੰਮ ਕੀਤਾ ਹੈ, ਠੀਕ ਹੈ। ਜੂਨੀਅਰ ਬੇਸਿਕ ਸਕੂਲ ਦੇ ਲਗਭਗ 20% ਵਿਦਿਆਰਥੀਆਂ ਨੂੰ, ਜਿਹੜੇ ਕਿ ਜੂਨੀਅਰ ਬੇਸਿਕ ਸਕੂਲ ਦੇ ਵਿਦਿਆਰਥੀ ਹੋਣਗੇ, ਉਹਨਾਂ ਚੋਂ 20% ਵਿਦਿਆਰਥੀਆਂ ਨੂੰ ਹਾਈ ਸਕੂਲ ਵਿੱਚ ਦਾਖਲਾ ਦਿੱਤਾ ਜਾਵੇਗਾ, ਠੀਕ ਹੈ। ਫਿਰ ਜਿਹੜੇ ਹਾਈ ਸਕੂਲ ਵਿੱਚ ਦਾਖਲਾ ਲੈਣ ਵਾਲੇ ਹਰ ਬੱਚੇ ਨੂੰ 14 ਜਾਂ ਇਸ ਤੋਂ ਵੱਧ ਉਮਰ ਦੇ ਦੌਰਾਨ ਹੀ ਉਹਨਾਂ ਨੂੰ ਐਡਮਿਸ਼ਨ ਦਿੱਤੀ ਜਾਊਗੀ। ਇਸ ਸਮੇਂ ਤੋਂ ਬਾਅਦ ਵੀ ਕੋਰਸ ਖਤਮ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸਕੂਲ ਛੱਡਣ ਤੋਂ ਰੋਕਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ। ਇਨ ਬਿਟਵੀਨ ਨਾ ਉਹ ਛੱਡ ਕੇ ਜਾਣ, ਕੋਰਸ ਨੂੰ ਕੰਪਲੀਟ ਕਰਨ, ਫਿਰ ਹੀ ਉਹ ਆਪਣਾ ਸਕੂਲ ਨੂੰ ਲੀਵ ਕਰ ਸਕਦੇ ਹੈ। ਇਸ ਲਈ ਵੀ ਬੱਚਿਆਂ ਨੂੰ ਸਮਝਾਉਣਾ ਪਊਗਾ। ਹਾਈ ਸਕੂਲ ਦੀ ਜਿਹੜੀ ਫੀਸ ਹੋਊਗੀ ਉਹ ਸਿਰਫ ਮਾਪੇ ਹੀ ਪੇ ਕਰਨਗੇ, ਪਰ 50% ਵਿਦਿਆਰਥੀਆਂ ਨੂੰ ਮੁਫਤ ਵੀ ਪੜ੍ਹਾਇਆ ਜਾਊਗਾ। ਤੇ ਇਹਨਾਂ ਨੇ ਇਹ ਵੀ ਕਿਹਾ ਕਿ ਗਰੀਬੀ ਨੂੰ ਕਿਸੇ ਯੋਗ ਨੌਜਵਾਨ ਨੂੰ ਸਿੱਖਿਆ ਪ੍ਰਾਪਤ ਕਰਨ ਤੋਂ ਰੋਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਿ ਬੱਚਾ ਗਰੀਬ ਹੈ ਪਰ ਪੜ੍ਹਨਾ ਚਾਹੁੰਦਾ ਹੈ, ਠੀਕ ਹੈ, ਤਾਂ ਇਹ ਨਹੀਂ ਹੋਊਗਾ ਕਿ ਗਰੀਬੀ ਕਰਕੇ ਬੱਚਾ ਨਾ ਪੜ੍ਹ ਪਾਵੇ, ਠੀਕ ਹੈ ਜੀ, ਸਮਝ ਆ ਗਿਆ। ਨੈਕਸਟ ਆ ਜਾਓ, ਸਿੱਖਿਆ ਹਾਈ ਸਕੂਲ ਸਿੱਖਿਆ ਕਿਸਮਾਂ ਦੀ ਸਾਰਜੈਂਟ ਯੋਜਨਾ। ਸੁਝਾਏ ਗਏ ਹਾਈ ਸਕੂਲਾਂ ਨੂੰ 2 ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ, ਤਕਨੀਕੀ ਅਤੇ ਅਕੈਡਮਿਕ। ਇਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਹਾਈ ਸਕੂਲ ਸੁਝਾਏ ਗਏ ਹੈ ਉਹਨਾਂ ਨੂੰ 2 ਉਹਦੇ ਵਿੱਚ ਵੰਡਿਆ ਜਾਣਾ ਚਾਹੀਦਾ ਹੈ, ਸ਼੍ਰੇਣੀਆਂ ਦੇ ਵਿੱਚ। ਇੱਕ ਤਾਂ ਟੈਕਨੀਕਲ, ਜਿਹਨੇ ਟੈਕਨੀਕਲ ਐਜੂਕੇਸ਼ਨ ਲੈਣੀ ਹੈ, ਤੇ ਇੱਕ ਅਕੈਡਮਿਕਲੀ, ਠੀਕ ਹੈ, ਜੋ ਅਕੈਡਮਿਕਸ ਦੇ ਵਿੱਚ ਅੱਛੇ ਹੋਣਗੇ, ਜੋ ਕਿ ਆਪਣੇ ਮੇਨ 5 ਸਬਜੈਕਟਸ ਹੈ। ਜਦੋਂ ਕਿ ਟੈਕਨੀਕਲ ਹਾਈ ਸਕੂਲ ਵਿਦਿਆਰਥੀਆਂ ਨੂੰ ਉਪਯੁਕਤ ਵਿਗਿਆਨ, ਉਦਯੋਗਿਕ ਅਤੇ ਵਪਾਰਿਕ ਵਿਸ਼ਿਆਂ ਅਤੇ ਸ਼ੁੱਧ ਵਿਗਿਆਨ ਦੀ ਸਿਖਲਾਈ ਦੇਵੇਗਾ। ਫਿਰ ਇਹਦੇ ਵਿੱਚ ਕੀ ਦੱਸਿਆ ਕਿ ਜਿਹੜੇ ਕਿ ਟੈਕਨੀਕਲ ਹਾਈ ਸਕੂਲ ਹੋਣਗੇ ਉਹਨਾਂ ਵਿੱਚ ਵਿਦਿਆਰਥੀਆਂ ਨੂੰ
ਉਪਯੁਕਤ ਵਿਗਿਆਨ, ਉਦਯੋਗਿਕ ਅਤੇ ਵਪਾਰਿਕ ਵਿਸ਼ਿਆਂ ਅਤੇ ਸ਼ੁੱਧ ਵਿਗਿਆਨ ਦੀ ਸਿਖਲਾਈ ਦੇਵੇਗਾ। ਜਿਹੜੇ ਕਿ ਅਕੈਡਮਿਕ ਹਾਈ ਸਕੂਲ ਹੋਣਗੇ ਉਹ ਕਲਾ ਅਤੇ ਸ਼ੁੱਧ ਵਿਗਿਆਨ ਪੜ੍ਹਾਏਗਾ। ਠੀਕ ਹੈ। ਕੋਰਸ ਦੇ ਜੂਨੀਅਰ ਪੱਧਰ ਦੋਵਾਂ ਕਿਸਮਾਂ ਵਿੱਚ ਮੁਕਾਬਲਤਨ ਸਮਾਨ ਹੋਣਗੇ ਅਤੇ ਮਨੁੱਖਤਾ ਦਾ ਇੱਕ ਸਾਂਝਾ ਕੋਰ ਹੋਵੇਗਾ। ਸਾਰੀਆਂ ਔਰਤਾਂ ਨੂੰ ਘਰੇਲੂ ਵਿਗਿਆਨ ਵਿੱਚ ਮਤਲਬ ਹੋਮ ਸਾਇੰਸ ਦੇ ਵਿੱਚ ਇੱਕ ਕੋਰਸ ਕਰਨਾ ਚਾਹੀਦਾ ਹੈ ਅਤੇ ਕਲਾ ਅਤੇ ਸੰਗੀਤ ਦੋਵਾਂ ਪਾਠਕ੍ਰਮ ਦਾ ਇੱਕ ਮੁੱਖ ਹਿੱਸਾ ਹੋਣਾ ਚਾਹੀਦਾ ਹੈ। ਪਾਠਕ੍ਰਮ ਨੂੰ ਇੱਕ ਕਿਸਮ ਤੋਂ ਦੂਜੀ ਵਿੱਚ ਬਦਲਣ ਲਈ ਜਿੰਨਾ ਸੰਭਵ ਹੋ ਸਕੇ ਅਨੁਕੂਲ ਬਣਾਉਣਾ ਚਾਹੀਦਾ ਹੈ। ਪੇਂਡੂ ਖੇਤਰਾਂ ਵਿੱਚ ਪਾਠਕ੍ਰਮ ਨੂੰ ਖੇਤੀ ਪ੍ਰਤੀ ਪੱਖਪਾਤੀ ਬਣਾਉਣ ਦੀ ਲੋੜ ਹੈ। ਠੀਕ ਹੈ। ਹੁਣ ਇਹਨਾਂ ਨੇ ਕੀ ਕਿਹਾ ਸਾਰਜੈਂਟ ਜੋਸ਼ਨਾ ਨੇ ਕਿ ਦੋ ਤਰ੍ਹਾਂ ਦੇ ਹਾਈ ਸਕੂਲਸ ਹੋਣੇ ਚਾਹੀਦੇ ਆ ਜੀ, ਇੱਕ ਟੈਕਨੀਕਲ ਹਾਈ ਸਕੂਲ, ਇੱਕ ਅਕੈਡਮਿਕਲ। ਠੀਕ ਹੈ। ਜਿਹੜੇ ਕਿ ਟੈਕਨੀਕਲ ਵੱਲ ਜਾਣਗੇ ਉਹਨਾਂ ਨੂੰ ਵਿਗਿਆਨ ਦੀ, ਉਦਯੋਗਿਕ ਦੀ ਅਤੇ ਵਪਾਰਿਕ ਵਿਸ਼ਿਆਂ ਅਤੇ ਸ਼ੁੱਧ ਵਿਗਿਆਨ ਦੀ ਸਿਖਲਾਈ ਦਿੱਤੀ ਜਾਵੇਗੀ। ਲੇਕਿਨ ਜਿਹੜੇ ਅਕੈਡਮਿਕਲ ਹਾਈ ਸਕੂਲਸ ਹੋਣਗੇ ਉਹਦੇ ਵਿੱਚ ਸ਼ੁੱਧ ਵਿਗਿਆਨ ਪੜ੍ਹਾਇਆ ਜਾਊਗਾ। ਕੋਰਸ ਦੇ ਜੂਨੀਅਰ ਜਿਹੜੇ ਪੱਧਰ ਹੋਣਗੇ ਉਹ ਦੋਨੋਂ ਕਿਸਮਾਂ ਇੱਕ ਮੁਤਾਬਿਕ ਹੀ ਹੋਣਗੀਆਂ। ਠੀਕ ਹੈ। ਤੇ ਇੱਕ ਮਨੁੱਖਤਾ ਦਾ ਇੱਕ ਸਾਂਝਾ ਕੋਰ ਹੋਵੇਗਾ। ਫਿਰ ਇਹਨਾਂ ਨੇ ਕਿਹਾ ਕਿ ਜਿਹੜੀਆਂ ਔਰਤਾਂ ਹੈ ਉਹਨਾਂ ਨੂੰ ਘਰੇਲੂ ਵਿਗਿਆਨ, ਹੋਮ ਸਾਇੰਸ ਵਿੱਚ ਕੋਰਸ ਕਰਨਾ ਚਾਹੀਦਾ ਹੈ। ਕਲਾ ਤੇ ਸੰਗੀਤ ਦੋਨੋਂ ਪਾਠਕ੍ਰਮ ਦਾ ਇੱਕ ਮੁੱਖ ਹਿੱਸਾ ਹੋਣਾ ਚਾਹੀਦਾ ਹੈ, ਕਲਾ ਤੇ ਸੰਗੀਤ ਦਾ। ਠੀਕ ਹੈ। ਪਾਠਕ੍ਰਮ ਨੂੰ ਇੱਕ ਕਿਸਮ ਤੋਂ ਦੂਜੀ ਕਿਸਮ ਬਦਲਣ ਲਈ ਜਿੰਨਾ ਸੰਭਵ ਹੋ ਸਕੇ ਅਨੁਕੂਲ ਬਣਾਉਣਾ ਚਾਹੀਦਾ ਹੈ। ਐਸਾ ਪਾਠਕ੍ਰਮ ਬਣਾਉਣਾ ਚਾਹੀਦਾ ਜਿਹਨੂੰ ਆਪਾਂ ਅਗਰ ਇੱਕ ਕਿਸਮ ਤੋਂ ਦੂਜੀ ਦੇ ਵਿੱਚ ਬਦਲੀਏ ਤਾਂ ਉਹ ਬਹੁਤ ਹੀ ਈਜ਼ੀਲੀ ਹੋ ਸਕੇ। ਪੇਂਡੂ ਖੇਤਰਾਂ ਵਿੱਚ ਜਿਹੜੇ ਪਾਠਕ੍ਰਮ ਹੋਣੇ ਚਾਹੀਦੇ ਉਹ ਕਿਵੇਂ ਹੋਣੇ ਚਾਹੀਦੇ ਆ ਜੀ? ਖੇਤੀ ਪ੍ਰਤੀ ਪੱਖਪਾਤੀ। ਠੀਕ ਹੈ। ਖੇਤੀ ਪ੍ਰਤੀ ਪੱਖਪਾਤੀ ਹੋਣੇ ਚਾਹੀਦੇ ਆ। ਕਲੀਅਰ ਹੈ ਜੀ। ਇਸ ਤੋਂ ਬਾਅਦ ਜਿੰਨਾ ਵਿਹਾਰਿਕ ਹੈ ਪਾਠਕ੍ਰਮ ਨੂੰ ਵਿਕਲਪਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕਰਨ ਲਈ ਵਿਆਪਕ ਕੀਤਾ ਜਾਣਾ ਚਾਹੀਦਾ ਹੈ। ਇਹ ਇਰਾਦਾ ਨਹੀਂ ਕਿ ਹਰੇਕ ਵਿਦਿਆਰਥੀ ਨੂੰ ਦੋਵਾਂ ਕਿਸਮਾਂ ਦੇ ਹਾਈ ਸਕੂਲਾਂ ਵਿੱਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਦੀ ਸੁਝਾਈ ਗਈ ਸੂਚੀ ਵਿੱਚ ਹਰ ਵਿਸ਼ੇ ਨੂੰ ਪੜ੍ਹਾਇਆ ਜਾਵੇ। ਇਹਨਾਂ ਨੇ ਕਿਹਾ ਕਿ ਜਿੰਨਾ ਹੋ ਸਕੇ ਉਹਨਾਂ ਪਾਠਕ੍ਰਮ ਨੂੰ ਵਿਕਲਪਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਮਤਲਬ ਇੱਕ ਬਹੁਤ ਹੀ ਅੱਛੀ ਤਰ੍ਹਾਂ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜਿਹੜੇ ਬੱਚੇ ਆ ਉਹ ਚੂਜ਼ ਕਰ ਸਕਣ ਉਹਨਾਂ ਨੇ ਟੈਕਨੀਕਲ ਵੱਲ ਜਾਣਾ ਜਾਂ ਅਕੈਡਮਿਕ ਵੱਲ ਜਾਣਾ, ਜਾਂ ਉਹ ਕਨਫਿਊਜ਼ ਨਾ ਹੋਣ। ਠੀਕ ਹੈ। ਜਾਂ ਉਹ ਕਲੀਅਰਲੀ ਚੀਜ਼ਾਂ ਨੂੰ ਸਮਝ ਪਾਣ। ਇਹਨਾਂ ਨੇ ਇਹ ਸਾਰਾ ਕੁਝ ਇਹਦੇ ਵਿੱਚ ਦੱਸਿਆ ਹੈ। ਠੀਕ ਹੈ ਸਟੂਡੈਂਟਸ, ਅਗਰ ਤੁਹਾਨੂੰ ਇਹ ਲੈਕਚਰ ਅੱਛਾ ਲੱਗਿਆ ਤਾਂ ਲਾਈਕ ਤੇ ਕਮੈਂਟ ਵੀ ਕਰ ਦਿਆ ਕਰੋ ਸਟੂਡੈਂਟਸ, ਤਾਂ ਕਿ ਸਾਨੂੰ ਵੀ ਪਤਾ ਲੱਗਦਾ ਰਹੇ ਕਿ ਤੁਹਾਨੂੰ ਲੈਕਚਰ ਪਸੰਦ ਆ ਰਿਹਾ ਹੈ, ਨਹੀਂ ਆ ਰਿਹਾ, ਸਮਝ ਆ ਰਹੀ ਹੈ, ਨਹੀਂ ਆ ਰਹੀ। ਠੀਕ ਹੈ। ਜੋ ਵੀ ਤੁਹਾਡੇ ਵਿਊਜ਼ ਹੁੰਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਠੀਕ ਹੈ ਜੀ। ਆਪਾਂ ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਵਿੱਚ। ਠੀਕ ਹੈ। ਉਦੋਂ ਤੱਕ ਆਪਣੇ ਨੋਟਸ ਤੁਸੀਂ ਬਣਾਉਂਦੇ ਰਹੋ, ਲੈਕਚਰ ਨੂੰ ਬਹੁਤ ਹੀ ਧਿਆਨ ਨਾਲ ਲਗਾਉਂਦੇ ਜਾਓ। ਓਕੇ ਸਟੂਡੈਂਟਸ।